ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਅੱਜ ਮੈਂ ਤੁਹਾਡੇ ਵਿੱਚ ਫਿਰ ਹਾਜ਼ਰ ਹੋਈ ਹਾਂ ਵਿਆਕਰਨ ਭਾਗ ਦਾ ਅਹਿਮ ਵਿਸ਼ਾ ਲੈ ਕੇ, ਚਿੱਠੀ ਪੱਤਰ ਰਚਨਾ। ਸਮਾਜ ਵਿੱਚ ਚਿੱਠੀ ਪੱਤਰ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਇਸ ਦਾ ਸਿਲਸਿਲਾ ਸਮਾਜ ਵਿੱਚ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਚੱਲਦਾ ਆ ਰਿਹਾ ਹੈ। ਵਿਅਕਤੀ ਨੂੰ ਹਰ ਕਦਮ ਤੇ ਚਿੱਠੀ ਪੱਤਰ ਲਿਖਣ ਦੀ ਲੋੜ ਪੈਂਦੀ ਹੈ। ਵਿਕਾਸ ਪ੍ਰਕਿਰਿਆ ਵਧਣ ਦੇ ਕਾਰਨ ਵਪਾਰਕ, ਨਿੱਜੀ ਅਤੇ ਦਫ਼ਤਰੀ ਕੰਮ ਵੀ ਵੱਧ ਗਏ ਹਨ। ਇਸ ਲਈ ਵਿਅਕਤੀ ਨੂੰ ਹਰ ਰੋਜ਼ ਲੱਖਾਂ ਹੀ ਚਿੱਠੀਆਂ ਲਿਖਣੀਆਂ ਪੈਂਦੀਆਂ ਹਨ। ਹਰ ਵਿਅਕਤੀ ਆਪਣੇ ਸਕੇ, ਰਿਸ਼ਤੇਦਾਰ, ਮਿੱਤਰ, ਭੈਣ ਭਰਾਵਾਂ ਨੂੰ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਜਾਂ ਕੋਈ ਸੰਦੇਸ਼ ਦੇਣ ਲਈ ਚਿੱਠੀ ਪੱਤਰ ਦੀ ਰਚਨਾ ਕਰਦਾ ਹੈ। ਕੋਈ ਸਰਕਾਰੀ ਅਫਸਰਾਂ ਨੂੰ ਪੱਤਰ ਲਿਖਦਾ ਹੈ ਤੇ ਕੋਈ ਆਪਣੇ ਵਪਾਰਕ ਆਰਡਰ ਦੇਣ ਲਈ ਪੱਤਰ ਲਿਖਦਾ ਹੈ। ਚਿੱਠੀ ਲਿਖਣਾ ਇੱਕ ਕਲਾ ਹੈ। ਇਸ ਦੇ ਲਿਖਣ ਦੇ ਢੰਗ ਤੋਂ ਹੀ ਇਸ ਦਾ ਪਤਾ ਚੱਲਦਾ ਹੈ। ਚਿੱਠੀ ਲਿਖਣ ਦੇ ਹੁਨਰ ਦੁਆਰਾ ਅਸੀਂ ਆਪਣੀ ਅਪਣੱਤ ਅਤੇ ਸਾਂਝ ਦੂਸਰਿਆਂ ਨਾਲ ਪਾ ਸਕਦੇ ਹਾਂ। ਇਸ ਲਈ ਇਸ ਵਿੱਚ ਯੋਗਤਾ ਹਾਸਲ ਕਰਨ ਲਈ ਚਿੱਠੀ ਲਿਖਣ ਦਾ ਤਰੀਕਾ ਸੁੰਦਰ ਤੇ ਵਧੀਆ ਕਰਨ ਲਈ ਇਸ ਦਾ ਅਭਿਆਸ ਕਰਨ ਦੀ ਅਤਿਅੰਤ ਲੋੜ ਹੁੰਦੀ ਹੈ। ਚਿੱਠੀ ਪੱਤਰ 3 ਤਰ੍ਹਾਂ ਦੇ ਹੁੰਦੇ ਹਨ: ਵਪਾਰਕ, ਦਫ਼ਤਰੀ ਅਤੇ ਨਿੱਜੀ। ਅੱਜ ਅਸੀਂ ਕਰਾਂਗੇ ਕਿ ਨਿੱਜੀ ਪੱਤਰ ਦੀ ਰਚਨਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਨਿੱਜੀ ਪੱਤਰ ਲਿਖਣ ਦਾ ਢੰਗ, ਕਿ ਨਿੱਜੀ ਪੱਤਰ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ। ਇਸ ਦੇ 5 ਹਿੱਸੇ ਹੁੰਦੇ ਹਨ। ਸਭ ਤੋਂ ਪਹਿਲਾਂ ਆਉਂਦਾ ਹੈ ਆਰੰਭ। ਆਰੰਭ ਮਤਲਬ ਭੇਜਣ ਵਾਲੇ ਦਾ ਪੂਰਾ ਪਤਾ ਤੇ ਤਾਰੀਖ। ਚਿੱਠੀ ਸ਼ੁਰੂ ਕਰਨ ਸਮੇਂ ਸਭ ਤੋਂ ਪਹਿਲਾਂ ਚਿੱਠੀ ਭੇਜਣ ਵਾਲੇ ਦਾ ਪੂਰਾ ਪਤਾ ਤੇ ਤਾਰੀਖ ਲਿਖੀ ਜਾਂਦੀ ਹੈ। ਇਸ ਨੂੰ ਖੱਬੇ ਪਾਸੇ ਸਭ ਤੋਂ ਉੱਪਰ ਲਿਖਿਆ ਜਾਂਦਾ ਹੈ, ਜਿਵੇਂ 525 ਕ੍ਰਿਸ਼ਨਾ ਕਲੋਨੀ, ਸਰਹੰਦ। ਅੱਗੇ ਫਿਰ ਮਿਤੀ ਆ ਜਾਏਗਾ। ਇਸ ਦੇ ਵਿੱਚ ਸਾਨੂੰ ਕੁਝ ਗੱਲਾਂ ਧਿਆਨ ਰੱਖਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਕਿ ਜੇਕਰ ਪ੍ਰੀਖਿਆ ਵਿੱਚ ਚਿੱਠੀ ਪੱਤਰ ਲਿਖਣ ਵੇਲੇ ਕਦੇ ਵੀ ਕਿਸੇ ਵੀ ਵੰਨਗੀ ਦੇ ਚਿੱਠੀ ਪੱਤਰ ਵਿੱਚ ਆਪਣੀ ਜਾਣ ਪਛਾਣ ਕਰਾਉਂਦਾ ਕੋਈ ਸ਼ਬਦ, ਜਿਵੇਂ ਆਪਣਾ, ਆਪਣੇ ਸਕੂਲ ਦਾ, ਆਪਣੇ ਸ਼ਹਿਰ ਦਾ ਨਾਂ ਨਹੀਂ ਲਿਖਣਾ ਚਾਹੀਦਾ। ਇਸ ਦੀ ਥਾਂ ਖੱਬੇ ਪਾਸੇ ਹੇਠ ਲਿਖੇ ਅਨੁਸਾਰ ਲਿਖਣਾ ਚਾਹੀਦਾ ਹੈ, ਜਿਵੇਂ ਪ੍ਰੀਖਿਆ ਭਵਨ, ਸ਼ਹਿਰ, ਜ਼ਿਲ੍ਹਾ, ਫਿਰ ਤਾਰੀਖ। ਦੂਸਰਾ ਕਿ ਜੇਕਰ ਪ੍ਰਸ਼ਨ ਪੱਤਰ ਵਿੱਚ ਚਿੱਠੀ ਪੱਤਰ ਵਾਲੇ ਪ੍ਰਸ਼ਨ ਵਿੱਚ ਕੋਈ ਫਰਜ਼ੀ ਨਾਂ, ਪਤਾ ਆਦਿ ਦੇ ਕੇ ਉੱਤਰ ਲਿਖਣ ਲਈ ਕਿਹਾ ਜਾਵੇ ਤਾਂ ਫਿਰ ਉਹੀ ਹੀ ਪਤਾ ਲਿਖਣਾ ਜ਼ਰੂਰੀ ਹੁੰਦਾ ਹੈ ਜੋ ਪ੍ਰਸ਼ਨ ਪੱਤਰ ਵਿੱਚ ਦਿੱਤਾ ਹੋਵੇ। ਜਿਵੇਂ ਪ੍ਰਸ਼ਨ ਮੰਨ ਲਓ ਤੁਸੀਂ 940 ਪ੍ਰਤਾਪ ਨਗਰ ਲੁਧਿਆਣਾ ਦੇ ਵਾਸੀ ਹੋ, ਤਾਂ ਪਤਾ ਇਸ ਤਰ੍ਹਾਂ ਲਿਖੋਗੇ 904 ਪ੍ਰਤਾਪ ਨਗਰ ਲੁਧਿਆਣਾ, ਫਿਰ ਉਸ ਤੋਂ ਨੀਚੇ ਆਏਗਾ ਮਿਤੀ। ਉਸ ਤੋਂ ਬਾਅਦ ਕਿ ਤੁਹਾਡਾ ਦੂਸਰੇ ਨੰਬਰ 'ਤੇ ਆਏਗਾ ਸੰਬੋਧਨੀ ਸ਼ਬਦ। ਸੰਬੋਧਨੀ ਸ਼ਬਦ ਭਾਵ ਜਿਸ ਅਫਸਰ ਜਾਂ ਅਧਿਕਾਰੀ ਨੂੰ ਚਿੱਠੀ ਲਿਖੀ ਜਾਵੇ, ਸੰਬੋਧਨੀ ਪਦ ਉਸ ਪਦਵੀ ਅਨੁਸਾਰ ਹੋਣਾ ਚਾਹੀਦਾ ਹੈ। ਜਿਵੇਂ ਜੇਕਰ ਕੋਈ ਉੱਚੇ ਦਰਜੇ ਦਾ ਅਧਿਕਾਰੀ ਹੈ ਤਾਂ ਅਸੀਂ ਸੰਬੋਧਨੀ ਪਦ ਲਿਖਾਂਗੇ ਸ਼੍ਰੀਮਾਨ ਜੀ, ਸ਼੍ਰੀਮਤੀ ਜੀ। ਆਪਣੇ ਤੋਂ ਵੱਡਿਆਂ ਲਈ ਅਸੀਂ ਲਿਖਾਂਗੇ ਸਤਿਕਾਰਯੋਗ, ਮਾਣਯੋਗ, ਆਦਰਯੋਗ। ਅਤੇ ਆਪਣੇ ਛੋਟਿਆਂ ਲਈ ਅਸੀਂ ਲਿਖਾਂਗੇ ਪਿਆਰੇ ਮੋਹਨ, ਪਿਆਰੀ ਜੋਤੀ, ਪਿਆਰੇ ਵੀਰ ਆਦਿ ਸ਼ਬਦਾਂ ਨਾਲ ਅਸੀਂ ਸੰਬੋਧਨ ਕਰਾਂਗੇ। ਉਸ ਤੋਂ ਅੱਗੇ ਆ ਜਾਂਦਾ ਹੈ ਸਾਡਾ ਤੀਸਰੇ ਨੰਬਰ 'ਤੇ ਵਿਸ਼ਾ। ਵਿਸ਼ਾ ਇਹ ਚਿੱਠੀ ਦਾ ਮੁੱਖ ਭਾਗ ਹੁੰਦਾ ਹੈ। ਇਸ ਭਾਗ ਵਿੱਚ ਉਹ ਸਭ ਕੁਝ ਲਿਖਿਆ ਜਾਂਦਾ ਹੈ ਜੋ ਲਿਖਣ ਵਾਲਾ ਲਿਖਣਾ ਚਾਹੁੰਦਾ ਹੈ। ਇਹ ਸਾਰਾ ਭਾਗ ਪੈਰੇ ਬਣਾ ਕੇ ਲਿਖਣਾ ਚਾਹੀਦਾ ਹੈ ਅਤੇ ਉਹਨਾਂ ਦਾ ਸੰਬੰਧ ਆਪਸ ਵਿੱਚ ਹੋਣਾ ਚਾਹੀਦਾ ਹੈ। ਦਫ਼ਤਰੀ ਚਿੱਠੀ ਵਿੱਚ ਵਿਸ਼ਾ ਜ਼ਰੂਰ ਲਿਖਣਾ ਚਾਹੀਦਾ ਹੈ। ਚਿੱਠੀ ਪ੍ਰਾਪਤ ਕਰਨ ਵਾਲੇ ਅਧਿਕਾਰੀ ਨੂੰ ਵਿਸ਼ਾ ਪੜ੍ਹ ਕੇ ਹੀ ਸਾਰੇ ਅਰਥ ਸਮਝ ਆ ਜਾਂਦੇ ਹਨ। ਪਰ ਅੱਜ ਅਸੀਂ ਨਿੱਜੀ ਪੱਤਰ ਕਰ ਰਹੇ ਹਾਂ। ਆਕਾਰ ਦੇ ਪੱਖ ਤੋਂ ਇਸ ਦੀ ਕੋਈ ਸੀਮਾ ਨਹੀਂ, ਪਰੰਤੂ ਫਿਰ ਵੀ ਬੇਲੋੜੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਆਪਣੀ ਲਿਆਕਤ ਅਤੇ ਸ਼ਿਸ਼ਟਤਾ ਦਾ ਸਬੂਤ ਦਿੱਤਾ ਜਾ ਸਕੇ। ਉਸ ਤੋਂ ਬਾਅਦ ਚੌਥੇ ਨੰਬਰ 'ਤੇ ਸਾਡਾ ਆ ਜਾਂਦਾ ਹੈ ਸਮਾਪਤੀ। ਵਿਸ਼ਾ ਖਤਮ ਹੋਣ 'ਤੇ ਲੇਖਕ ਆਪਣੇ ਪਾਠਕ ਪਾਸੋਂ ਛੁੱਟੀ ਪ੍ਰਾਪਤ ਕਰਦਾ ਹੋਇਆ ਉਸ ਨਾਲ ਆਪਣਾ ਸੰਬੰਧ ਪ੍ਰਗਟ ਕਰਨ ਲਈ ਵਿਸ਼ੇ ਦੇ ਹੇਠਾਂ ਖੱਬੇ ਪਾਸੇ ਕੁਝ ਸ਼ਬਦ ਲਿਖਦਾ ਹੈ, ਜਿਵੇਂ
ਤੁਹਾਡਾ ਸਪੁੱਤਰ, ਆਪ ਜੀ ਦਾ ਵਿਸ਼ਵਾਸ ਪਾਤਰ, ਤੁਹਾਡਾ ਛੋਟਾ ਵੀਰ, ਆਪ ਦਾ ਪਿਆਰਾ ਸਪੁੱਤਰ। ਫਿਰ ਉਸ ਤੋਂ ਬਾਅਦ ਊੜਾ ਐੜਾ ਈੜੀ ਆਪਣਾ ਨਾਮ, ਜਿਵੇਂ ਨਾਮ ਵੀ ਲਿਖ ਸਕਦੇ ਹਾਂ ਜਾਂ ਤੁਸੀਂ ਊੜਾ ਐੜਾ ਈੜੀ ਕੁਛ ਵੀ ਲਿਖ ਸਕਦੇ ਹੋ। ਉਸ ਤੋਂ ਬਾਅਦ 5 ਨੰਬਰ 'ਤੇ ਤੁਹਾਡਾ ਆ ਜਾਂਦਾ ਹੈ ਬਾਹਰਲਾ ਪਤਾ। ਬਾਹਰਲੇ ਪਤੇ ਵਿੱਚ ਚਿੱਠੀ ਜਾਂ ਚਿੱਠੀ ਵਾਲੇ ਲਿਫਾਫੇ ਦੇ ਬਾਹਰਲੇ ਪਾਸੇ ਉਸ ਵਿਅਕਤੀ ਦਾ ਪਤਾ ਲਿਖਿਆ ਜਾਂਦਾ ਹੈ ਜਿਸ ਨੂੰ ਚਿੱਠੀ ਲਿਖੀ ਗਈ ਹੋਵੇ। ਇਸ ਦੇ ਨਾਲ ਸ਼ਹਿਰ ਦਾ ਨਾਂ ਅਤੇ ਪਿੰਨ ਕੋਡ ਜ਼ਰੂਰ ਲਿਖਣਾ ਚਾਹੀਦਾ ਹੈ। ਹੁਣ ਅਸੀਂ ਪੜ੍ਹਾਂਗੇ ਕਿ ਚਿੱਠੀ ਪੱਤਰ ਦੀ ਰੂਪ ਰੇਖਾ। ਚਿੱਠੀ ਪੱਤਰ ਦੀ ਰੂਪ ਰੇਖਾ ਕਿਵੇਂ ਤਿਆਰ ਕੀਤੀ ਜਾਂਦੀ ਹੈ। ਜਿਵੇਂ ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲਿਖਦੇ ਹਾਂ ਪ੍ਰੀਖਿਆ ਭਵਨ, ਉਸ ਤੋਂ ਬਾਅਦ ਸ਼ਹਿਰ, ਫਿਰ ਮਿਤੀ ਜਾਂ ਪ੍ਰਸ਼ਨ ਪੱਤਰ ਅਨੁਸਾਰ ਹੋ ਸਕਦਾ ਹੈ। ਜਿਵੇਂ ਅਸੀਂ ਆਪਣਾ ਐਡਰੈਸ ਲਿਖਾਂਗੇ 912 ਆਜ਼ਾਦ ਨਗਰ, ਜਮਨਾ ਨਗਰ, ਮਿਤੀ। ਫਿਰ ਅਸੀਂ ਲਿਖਾਂਗੇ ਸੰਬੋਧਨੀ ਸ਼ਬਦ ਜਿਵੇਂ ਸਤਿਕਾਰਯੋਗ ਪਿਤਾ ਜੀ, ਸਤਿ ਸ੍ਰੀ ਅਕਾਲ। ਉਸ ਤੋਂ ਬਾਅਦ ਸਾਡਾ ਵਿਸ਼ਾ ਆ ਜਾਏਗਾ। ਵਿਸ਼ੇ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹੋਏ ਲਿਖਾਂਗੇ ਧੰਨਵਾਦ ਸਹਿਤ, ਆਪ ਜੀ ਦਾ ਸਪੁੱਤਰ। ਉਸ ਤੋਂ ਬਾਅਦ ਅਸੀਂ ਨੀਚੇ ਆਪਣਾ ਨਾਮ ਲਿਖਾਂਗੇ ਅਤੇ ਸੱਜੇ ਹੱਥ ਦੇ ਉੱਤੇ ਟਿਕਟ ਬਣਾਵਾਂਗੇ। ਅਸੀਂ ਉਦਾਹਰਨ ਦੇ ਤੌਰ 'ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਵੇਂ ਸਾਡਾ ਪੱਤਰ ਹੈ, ਤੁਹਾਡਾ ਛੋਟਾ ਭਰਾ ਸਿਨੇਮਾ ਬਹੁਤ ਦੇਖਦਾ ਹੈ, ਉਸ ਨੂੰ ਇੱਕ ਚਿੱਠੀ ਰਾਹੀਂ ਪੜ੍ਹਾਈ ਕਰਨ ਦੀ ਪ੍ਰੇਰਨਾ ਦਿਓ। ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾਉਂਦੇ ਹੋਏ ਦੱਸਦੀ ਹਾਂ ਕਿ ਪੱਤਰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ। ਜਿਵੇਂ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਪ੍ਰੀਖਿਆ ਭਵਨ, ਰਾਜਪੁਰਾ, ਸ਼ਹਿਰ ਜਿਹੜਾ ਵੀ ਤੁਸੀਂ ਲਿਖਣਾ ਚਾਹੁੰਦੇ ਹੋ। ਉਸ ਤੋਂ ਬਾਅਦ ਮਿਤੀ, ਫਿਰ ਪਿਆਰੇ ਵੀਰ ਜਾਂ ਉਸਦਾ ਨਾਮ ਲਿਖ ਸਕਦੇ ਹੋ, ਸ਼ੁਭ ਇਛਾਵਾਂ। ਉਸ ਤੋਂ ਬਾਅਦ ਤੁਸੀਂ ਵਿਸ਼ਾ ਲਿਖੋਗੇ। ਵਿਸ਼ਾ ਤੁਹਾਡਾ ਕੀ ਹੈ ਕਿ ਤੁਸੀਂ ਆਪਣੇ ਛੋਟੇ ਭਰਾ ਨੂੰ ਸਿਨੇਮਾ ਦੇਖਣ, ਟੀਵੀ ਦੇਖਣ ਦੀ ਬੁਰੀ ਆਦਤ ਦੇ ਨੁਕਸਾਨ ਦੱਸਦੇ ਹੋਏ ਉਸ ਨੂੰ ਪੜ੍ਹਾਈ ਕਰਨ ਲਈ ਪ੍ਰੇਰਨਾ ਭਰੇ ਸ਼ਬਦ ਲਿਖੋਗੇ ਵਿਸ਼ੇ ਦੇ ਵਿੱਚ। ਜਿਵੇਂ ਤੁਸੀਂ ਲਿਖ ਸਕਦੇ ਹੋ ਕਿ ਮੈਨੂੰ ਮਾਤਾ ਜੀ ਦੀ ਚਿੱਠੀ ਮਿਲੀ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਤੂੰ ਪੜ੍ਹਾਈ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ, ਸਗੋਂ ਹਰ ਰੋਜ਼ ਸਿਨੇਮਾ ਦੇਖਣ ਜਾਂਦਾ ਹੈ। ਮੈਨੂੰ ਤੇਰੇ ਬਾਰੇ ਇਹ ਜਾਣ ਕੇ ਬੜਾ ਦੁੱਖ ਹੋਇਆ ਕਿ ਤੂੰ ਇਸ ਵਾਰ ਛਮਾਹੀ ਪੇਪਰਾਂ ਵਿੱਚ ਸਾਰੇ ਵਿਸ਼ਿਆਂ ਵਿੱਚੋਂ ਫੇਲ ਹੋ ਗਿਆ ਹੈ। ਵੀਰ, ਤੈਨੂੰ ਪਤਾ ਹੈ ਸਾਡੇ ਮਾਤਾ ਪਿਤਾ ਸਾਡੀ ਪੜ੍ਹਾਈ ਦਾ ਖਰਚ ਕਿੰਨੀ ਮੁਸ਼ਕਿਲ ਨਾਲ ਕਰਦੇ ਹਨ। ਉਹ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਸਾਨੂੰ ਪੜ੍ਹਾ ਰਹੇ ਹਨ ਤਾਂ ਜੋ ਅਸੀਂ ਜੀਵਨ ਵਿੱਚ ਪੜ੍ਹ ਕੇ ਆਪਣੇ ਕਾਬਲ ਬਣ ਸਕੀਏ। ਪਰ ਤੂੰ ਆਪਣੀ ਜ਼ਿੰਮੇਵਾਰੀਆਂ ਭੁੱਲ ਕੇ ਵਿਹਲਾ ਸਮਾਂ ਅਤੇ ਪੈਸਾ ਖਰਾਬ ਕਰ ਰਿਹਾ ਹੈ। ਤੈਨੂੰ ਪਤਾ ਨਹੀਂ ਕਿ ਸਿਨੇਮਾ ਦੇਖਣ ਦੇ ਕੀ ਨੁਕਸਾਨ ਹੁੰਦੇ ਹਨ। ਤੇਰੇ ਵਰਗੇ ਮੁੰਡੇ ਜਿਨ੍ਹਾਂ ਦੀ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੁੰਦੀ, ਜਦੋਂ ਉਹਨਾਂ ਨੂੰ ਕਈ ਵਾਰ ਪੈਸੇ ਨਾ ਮਿਲਣ ਤਾਂ ਉਹ ਚੋਰੀ ਵੀ ਕਰਨ ਲੱਗ ਪੈਂਦੇ ਹਨ ਅਤੇ ਇੱਕ ਵਾਰ ਕੀਤੀ ਚੋਰੀ ਬੰਦੇ ਨੂੰ ਪੱਕਾ ਚੋਰ ਬਣਾ ਦਿੰਦੀ ਹੈ। ਤੂੰ ਤਾਂ ਬਹੁਤ ਸਿਆਣਾ ਹੈ। ਤੈਨੂੰ ਪਤਾ ਹੈ ਕਿ ਪਿਛਲੇ ਸਾਲ ਤੂੰ ਸਾਰੇ ਪੇਪਰਾਂ ਵਿੱਚ ਚੰਗੇ ਨੰਬਰ ਲਏ ਸਨ, ਪਰ ਇਸ ਵਾਰ ਤੂੰ ਸਾਰੇ ਮਜ਼ਮੂਨਾਂ ਵਿੱਚੋਂ ਫੇਲ ਹੋ ਗਿਆ ਹੈ। ਇਹ ਤੇਰੇ ਲਈ ਚੰਗੀ ਗੱਲ ਨਹੀਂ ਹੈ। ਅੰਤ ਮੈਂ ਤੈਨੂੰ ਇਹ ਕਹਾਂਗੀ ਕਿ ਤੈਨੂੰ ਆਪਣੇ ਮਾਤਾ ਪਿਤਾ ਵੱਲ ਦੇਖਣਾ ਚਾਹੀਦਾ ਹੈ ਅਤੇ ਇਹ ਆਦਤਾਂ ਛੱਡ ਕੇ ਪੜ੍ਹਾਈ ਵੱਲ ਧਿਆਨ ਦੇ ਤਾਂ ਜੋ ਆਉਣ ਵਾਲੇ ਇਮਤਿਹਾਨਾਂ ਵਿੱਚ ਚੰਗੇ ਨੰਬਰ ਲੈ ਸਕੇ। ਮੈਂ ਆਸ ਕਰਦੀ ਹਾਂ ਕਿ ਤੂੰ ਮੇਰੀ ਗੱਲ 'ਤੇ ਅਮਲ ਕਰੇਗਾ ਅਤੇ ਮਾਪਿਆਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗਾ। ਤੇਰੀ ਵੱਡੀ ਭੈਣ ਜਾਂ ਤੇਰਾ ਵੱਡਾ ਭਰਾ ਜੋ ਵੀ ਪ੍ਰਸ਼ਨ ਪੱਤਰ ਅਨੁਸਾਰ ਦਿੱਤਾ ਹੋਵੇ, ਨੀਚੇ ਆਪਣਾ ਨਾਮ ਲਿਖੋਗੇ। ਉਸ ਤੋਂ ਬਾਅਦ ਸੇਮ ਉਸ ਤਰ੍ਹਾਂ ਹੀ ਸੱਜੇ ਹੱਥ ਆਪਣੀ ਟਿਕਟ ਬਣਾਓਗੇ। ਟਿਕਟ ਦੇ ਵਿੱਚ ਭੇਜਣ ਵਾਲੇ ਦਾ, ਜਿੱਥੇ ਤੁਸੀਂ ਭੇਜਣੀ ਹੈ, ਉਸਦਾ ਪਤਾ ਲਿਖੋਗੇ। ਸ਼ਹਿਰ ਦਾ ਨਾਮ ਅਤੇ ਪਿੰਨ ਕੋਡ ਲਿਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੇ ਨਿੱਜੀ ਪੱਤਰ ਲਿਖਣ ਦਾ ਤਰੀਕਾ ਸਮਝ ਆਇਆ ਹੋਵੇਗਾ। ਧੰਨਵਾਦ।